ज्ञान ध्यान किछ कर्म न जाना, सार न जाना तेरी। सब ते बड़ा सतगुरु नानक, जिन कल राखी मेरी। धन वाहिगुरु साहिब जीओ। श्लोक हाथ कलम अगम मस्तक लिखावती। हाथ कलम अगम मस्तक लिखावती। उर्ज रह्यो सब संग अनूप रूपावती। उस्तत कहन न जाए मुखो तुहारिया। मोहि देख दर्श नानक बलिहारिया। पौड़ी हे अच्युत हे पार ब्रह्म अविनाशी अगनाश। हे पूर्ण हे सर्वमय दुख भंजन गुणदास। हे संगी हे निरंकार हे निर्गुण सब टेक। हे गोविंद हे निदान जागै सदा विवेक। हे अपरंपर हर हरे है पीहू मनहार। हे संतै कै संग निधारा आधार। हे ठाकुर औंदा सुनो मैं निर्गुण गुण नहीं कोय। नानक दीजै नाम दान राखो हियै परोए। हे ठाकुर औंदा सुनो मैं निर्गुण गुण नहीं कोय। नानक दीजै नाम दान राखो हियै परोए। परम सन्मानयोग जुगो जुग अटल चबर तख्त दे मालक ਸਾਹਿਬ सतगुरु धन धन श्री गुरु ग्रंथ ਸਾਹਿਬ जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनों बहुत ही वਡਭਾਗੇ हाँ जो कि रोजाना ही लड़ीवार कथा विचार दे नाल सांझ बनाउने हाँ। आओ गुरमुखो विचारां नूं आरंभीए। लड़ीवार चल रही कथा विचार गुरु ग्रंथ ਸਾਹਿਬ ਦਾ पावन पवित्र अंक 262 गौड़ी बावन अखरी महला पंजवा। आओ गुरमुखो विचारां की आरंभता करन तो पहला सारी संगत गज के आखो वाहिगुरू जी का खालसा वाहिगुरू जी की फतेह। पंचम पातशाह धन धन गुरु अर्जन साहब महाराज अज के श्लोक अंदर समझा रहे ने दस रहे ने। हथ कलम अगम मस्तक लेखावती। उर्ज रहो सब संग अनूप रूपावती।
ਹੱਥ ਦਾ ਅਰਥ ਹੈ ਜੀ ਹੱਥ ਦੇ ਵਿੱਚ, ਅਗੰਮ ਦਾ ਅਰਥ ਆ ਪਹੁੰਚ। ਰੱਬ ਦੇ ਪ੍ਰਥਾਏ, ਵਾਹਿਗੁਰੂ ਦੇ ਪ੍ਰਥਾਏ ਸ਼ਬਦ ਵਰਤੇ ਹੋਏ ਨੇ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਉਹ ਮਾਲਕ ਵਾਹਿਗੁਰੂ ਸਾਡੇ ਮੱਥੇ ਦੇ ਲੇਖ ਲਿਖਣ ਵਾਲਾ ਹੈ ਕਲਮ ਦੇ ਨਾਲ। ਗੁਰਬਾਣੀ ਦੇ ਮੁਤਾਬਕ ਜਦੋਂ ਅਸੀਂ ਭਾਗਾਂ ਦੀ ਗੱਲ ਕਰਦੇ ਹਾਂ, ਲੇਖ ਦੀ ਗੱਲ ਕਰਦੇ ਹਾਂ, ਬਹੁਤ ਵਾਰ ਆਪ ਜੀ ਦੇ ਨਾਲ ਇੱਕ ਮੈਂ ਵਚਨ ਸਾਂਝਾ ਕਰਦਾ ਹੁੰਦਾ, ਸਤਿਗੁਰੂ ਮਹਾਰਾਜ ਸ਼੍ਰੀ ਰਾਗ ਦੇ ਵਿੱਚ ਕਹਿ ਰਹੇ ਨੇ ਮੱਥੇ ਦਾ ਕਰਮ, ਮੱਥੇ ਦਾ ਲੇਖ, ਸੰਸਕਾਰ ਕਿਵੇਂ ਬਣਦੇ ਨੇ। ਇੱਕ ਬੜੀ ਕਮਾਲ ਦੀ ਉਦਾਹਰਨ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਆਪਾਂ ਰੋਜ਼ਾਨਾ ਇਹ ਵਚਨ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਵੀ ਸੁਣਦੇ ਹਾਂ, ਪੜ੍ਹਦੇ ਹਾਂ। ਪਾਤਸ਼ਾਹ ਜੀ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਬੀਜਣ ਦਾ ਤੇ ਖਾਣ ਦਾ ਅਰਥ ਧਿਆਨ ਨਾਲ ਸਮਝਿਓ। ਧਰਤੀ ਦੇ ਅੰਦਰ ਜੋ ਬੀਜ ਪਾਇਆ ਨਾ ਉਹ ਪੁੰਗਰੇਗਾ, ਅਸੀਂ ਉਹਨੂੰ ਖਾਵਾਂਗੇ, ਉਹੀ ਸਾਡਾ ਸੰਸਕਾਰ ਬਣੇਗਾ। ਹੁਣ ਇੱਥੇ ਮਹਾਰਾਜ ਗੱਲ ਕਰਦੇ ਨੇ ਸਰੀਰ ਰੂਪੀ ਧਰਤੀ ਦੀ। ਆਹ ਸਰੀਰ ਰੂਪੀ ਧਰਤੀ ਦੇ ਅੰਦਰ ਜਿਹੜਾ ਵੀ ਤੇ ਬੀਜ ਪਾ ਲਿਆ, ਜਿਹੜਾ ਵੀ ਤੇ ਵਿਚਾਰ ਪਾ ਲਿਆ, ਚੰਗਾ ਪਾ ਲਿਆ, ਮਾੜਾ ਪਾ ਲਿਆ, ਇਹ ਜ਼ਿੰਦਗੀ ਦਾ, ਜੀਵਨ ਦਾ ਸੰਸਕਾਰ ਬਣਦਾ ਹੈ। ਜਿੱਥੇ ਆਪਾਂ ਬੈਠਾਂਗੇ, ਜਿੱਥੇ ਆਪਾਂ ਜਾਵਾਂਗੇ, ਉਹਨਾਂ ਗੱਲਾਂ ਦਾ ਜ਼ਿੰਦਗੀ ਤੇ ਪ੍ਰਭਾਵ ਜ਼ਰੂਰ ਪਵੇਗਾ, ਭਾਵੇਂ ਘੱਟ ਪੈ ਜਾਵੇ, ਭਾਵੇਂ ਵੱਧ ਪੈ ਜਾਵੇ। ਜਦੋਂ ਆਪਾਂ ਕਰਮ ਥਿਊਰੀ ਦੀ ਗੱਲ ਕਰਦੇ ਹਾਂ, ਆਮ ਕਰਕੇ ਬਹੁਤਾ ਸਾਡਾ ਸੰਸਾਰ ਨਾ ਅੱਜ ਵੀ ਵਿਚਾਰੇ, ਮੈਂ ਅਕਸਰ ਗੱਲ ਕਰਦਾ ਹਾਂ ਵੀ ਸਾਡੇ ਲੋਕ ਬਹੁਤ ਭੋਲੇ ਨੇ। ਕਰਮਾਂ ਦੇ ਵਿੱਚ ਕਹਿ ਲਓ, ਭਾਗਾਂ ਦੇ ਵਿੱਚ ਕਹਿ ਲਓ, ਘਰ ਦੇ ਅੰਦਰ ਕੋਈ ਕੰਮ ਵਿਗੜ ਜਾਵੇ, ਨਾ ਬਣੇ, ਅਕਸਰ ਇਹ ਗੱਲ ਚੱਲਦੀ ਹੈ ਤੇਰੇ ਕਰਮਾਂ ਦੀ ਨਿਸ਼ਾਨੀ ਆ, ਤੇਰੇ ਭਾਗਾਂ ਦੀ ਨਿਸ਼ਾਨੀ ਆ। ਜਾਂ ਅਸੀਂ ਇਸ ਕਰਮ ਥਿਊਰੀ ਨੂੰ ਹਾਲੇ ਜਨਮ ਲਿਆ ਨਹੀਂ, ਉਦੋਂ ਲੈ ਲੈਂਦੇ ਆ, ਪਿਛਲੇ ਕਰਮ ਨੇ ਜੀ, ਸਾਡੇ ਅਗਲੇ ਕਰਮ ਨੇ। ਗੁਰੂ ਸਾਹਿਬ ਦੀ ਬਾਣੀ ਇਹ ਗੱਲ ਕਹਿੰਦੀ ਹੈ, ਨਹੀਂ, ਇਹ ਤੇਰੀ ਜ਼ਿੰਦਗੀ ਦਾ ਹੀ ਰਿਜ਼ਲਟ ਹੈ। ਇੱਥੇ ਅਗਲੇ ਪਿਛਲੇ ਦੀ ਮਹਾਰਾਜ ਗੱਲ ਨਹੀਂ ਕਰ ਰਹੇ, ਇਸ ਮਨੁੱਖਾ ਜਾਮੇ ਦੀ, ਮਨੁੱਖਾ ਜ਼ਿੰਦਗੀ ਦੀ, ਮਨੁੱਖਾ ਜੀਵਨ ਦੀ ਗੱਲ ਕਰਦੇ ਨੇ, ਜਿਹਦੇ ਬਾਰੇ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਆ ਬਾਰੀ ਹੈ ਤੈਨੂੰ ਮਿਲਣ ਦੀ, ਚੇਤੇ ਕਰਨ ਦੀ, ਯਾਦ ਕਰਨ ਦੀ। ਚੇਤੇ ਕਰੇਗਾ, ਯਾਦ ਕਰੇਗਾ, ਕਰਮ ਵਧੀਆ ਬਣਨਗੇ। ਜੇ ਵਿਸਾਰ ਦਿੱਤਾ ਕਰਮ ਉਹੋ ਜਿਹੇ ਬਣ ਜਾਣਗੇ। ਆਪਾਂ ਜਿਹੜੀ ਖੈਰ ਗੱਲ ਕਰ ਰਹੇ ਸੀ, ਆਪਾਂ ਗੱਲ ਕਰ ਰਹੇ ਸੀ ਭਾਗਾਂ ਬਾਰੇ। ਸ਼੍ਰੀ ਰਾਗ ਦੇ ਅੰਦਰ ਮਹਾਰਾਜ ਨੇ ਇੱਕ ਬੜਾ ਕਮਾਲ ਦਾ ਵਚਨ ਆਖਿਆ। ਮਹਾਰਾਜ ਕਹਿੰਦੇ ਜਾਲ ਮੋਹ ਘਸ ਮਸ ਕਰ। ਅੰਦਰ ਦਾ ਜਿਹੜਾ ਨਾ ਮੋਹ ਹੈ, ਅੰਦਰ ਜਿਹੜਾ ਤੇ ਜਾਲ ਪਿਆ ਹੋਇਆ ਤੇਰੇ ਅੰਦਰ, ਉਸ ਮੋਹ ਰੂਪੀ ਜਾਲ ਨੂੰ ਘਸਾ ਦੇ, ਸਾੜ ਦੇ। ਮਸ ਦਾ ਅਰਥ ਪਤਾ ਕੀ ਹੁੰਦਾ ਜੀ? ਸਿਆਹੀ। ਅੰਦਰ ਦੇ, ਹੁਣ ਇਹਦੇ ਭਾਵ ਅਰਥ ਨੇ ਜੀ, ਅੱਖਰੀ ਅਰਥ ਤਾਂ ਆਪਾਂ ਸਮਝ ਹੀ ਲਏ ਨੇ। ਅੰਦਰ ਸਾਡੇ ਮੋਹ ਹੈ। ਹੁਣ ਜੇ ਆਪਾਂ ਮੋਹ ਦੀ ਵਿਆਖਿਆ ਕਰਾਂਗੇ, ਮੋਹ ਤਾਂ ਸਾਰਿਆਂ ਅੰਦਰ ਹੀ ਹੁੰਦਾ। ਇੱਕ ਬਾਪ ਦਾ ਬੱਚੇ ਪ੍ਰਤੀ, ਪਤੀ ਦਾ ਪਤਨੀ ਪ੍ਰਤੀ, ਜੇ ਆਪਾਂ ਮੋਹ ਦੀ ਵਿਆਖਿਆ ਕਰਾਂਗੇ ਨਾ, ਹਰ ਪਰਿਵਾਰਕ ਮੈਂਬਰ ਦੀ ਗੱਲ ਕਰ ਲਓ, ਸਮਾਜਿਕ ਤੌਰ ਤੇ ਗੱਲ ਕਰ ਲਓ, ਮੋਹ ਤਾਂ ਹੁੰਦਾ ਹਰ ਇੱਕ ਦੇ ਅੰਦਰ। ਇੱਕ ਮੋਹ ਹੁੰਦਾ ਜੋ ਗਲਤ ਪਾਸੇ ਸਾਨੂੰ ਲੈ ਕੇ ਜਾਂਦਾ ਹੈ। ਮਹਾਰਾਜ ਉਸ ਮੋਹ ਨੂੰ ਕਹਿ ਰਹੇ ਨੇ ਛੱਡ ਦੇ। ਬੱਚਿਆਂ ਨੂੰ, ਪਰਿਵਾਰ ਨੂੰ ਪਿਆਰ ਕਰਨਾ ਕੋਈ ਮਨਾ ਨਹੀਂ ਕਰਿਆ ਮਹਾਰਾਜ ਨੇ, ਸਾਰੇ ਪਿਆਰ ਕਰਦੇ ਨੇ। ਪਰ ਜਿਹੜਾ ਇੱਕ ਅੰਦਰ ਗਲਤ ਪਾਸੇ ਦੀ ਖਿੱਚ ਹੈ, ਗਲਤ ਪਾਸੇ ਦਾ ਮੋਹ ਹੈ, ਮਹਾਰਾਜ ਕਹਿੰਦੇ ਉਹ ਗਲਤ ਪਾਸੇ ਦਾ ਮੋਹ ਤੈਨੂੰ ਸਾੜਨਾ ਚਾਹੀਦਾ, ਛੱਡਣਾ ਚਾਹੀਦਾ। ਗਲਤ ਪਾਸੇ ਦਾ ਮੋਹ ਮਨੁੱਖ ਨੂੰ ਰਸਾਤਲ ਦੇ ਟੋਏ ਅੰਦਰ ਡੇਗ ਦਿੰਦਾ ਹੈ। ਗਲਤ ਪਾਸੇ ਦੀ ਖਿੱਚ ਬੰਦੇ ਨੂੰ ਵਿਕਾਰਾਂ ਦੇ ਟੋਏ ਵਿੱਚ ਡੇਗ ਦਿੰਦੀ ਹੈ, ਉੱਠਣ ਨਹੀਂ ਦਿੰਦੀ। ਇਸ ਕਰਕੇ ਮਹਾਰਾਜ ਕਹਿੰਦੇ ਉਹ ਅੰਦਰ ਦਾ ਮੋਹ ਸਾੜ, ਛੱਡ, ਤਿਆਗ ਦੇ। ਉਹਨੂੰ ਸਾੜ ਕੇ ਇੱਕ ਸਿਆਹੀ ਤਿਆਰ ਕਰ ਲੈ। ਜਾਲ ਮੋਹ ਘਸ ਮਸ ਕਰ, ਮੱਤ ਕਾਗਜ਼ ਕਰ ਸਾਰ। ਆ ਜਿਹੜੀ ਮੱਤ ਆ ਨਾ, ਇਹਨੂੰ ਕੋਰੇ ਕਾਗਜ਼ ਵਰਗੀ ਬਣਾ ਲੈ। ਕੋਰਾ ਕਾਗਜ਼ ਦੀ ਕੁਆਲਿਟੀ ਹੁੰਦੀ ਹੈ ਜੀ, ਕੋਰੇ ਕਾਗਜ਼ ਉੱਤੇ ਜੋ ਕੁਝ ਲਿਖੋਗੇ ਉਹੋ ਜਿਹੀ ਬਣ ਜਾਂਦਾ ਹੈ, ਉਕਰਿਆ ਜਾਂਦਾ ਹੈ। ਸਾਡੇ ਪਰਿਵਾਰ ਦੇ ਜੀ, ਸਾਡੇ ਪਰਿਵਾਰ ਦੇ ਮੈਂਬਰਾਂ ਦੀ ਜਦੋਂ ਆਪਾਂ ਗੱਲ ਕਰਾਂਗੇ ਨਾ, ਘਰ ਅੰਦਰ ਬੱਚਾ ਹੈ, ਉਸ ਬੱਚੇ ਉੱਤੇ ਤੁਸੀਂ
ਕੁਝ ਮਰਜ਼ੀ ਉੱਕਰ ਦਿਓ, ਕੁਝ ਮਰਜ਼ੀ ਲਿਖ ਦਿਓ, ਬੱਚੇ ਦੇ ਸੰਸਕਾਰ ਉਹ ਜਿਹੇ ਬਣ ਜਾਂਦੇ ਨੇ। ਕਿਉਂਕਿ ਬੱਚਾ ਉਹ ਹਲੇ ਕੋਰਾ ਕਾਗਜ਼ ਆ, ਜੋ ਕੁਝ ਆਪਣੀ ਮਾਂ ਦੇ ਕੋਲੋਂ, ਬਾਪ ਦੇ ਕੋਲੋਂ, ਪਰਿਵਾਰ ਦੇ ਵਿੱਚੋਂ ਬਹੁਤ ਕੁਝ ਸਿੱਖ ਜਾਂਦਾ ਹੈ। ਆਪਾਂ ਬਹੁਤਾ ਬੱਚੇ ਨੂੰ ਬੋਲਣਾ ਥੋੜਾ ਸਿਖਾਉਂਦੇ ਹਾਂ, ਘਰ ਵਿੱਚ ਵੇਖ ਵੇਖ ਕੇ ਬਹੁਤ ਕੁਝ ਸਿੱਖ ਜਾਂਦਾ ਬੱਚਾ, ਸੰਸਕਾਰ ਬਣਦੇ ਜਾਂਦੇ ਨੇ। ਮਾਲਕ ਜੀ ਇੱਥੇ ਕਹਿ ਰਹੇ ਨੇ ਆਪਣੀ ਮੱਤ ਨੂੰ ਕਾਗਜ਼ ਵਰਗਾ ਕਰ ਲੈ ਸਾਫ਼, ਬਿਲਕੁਲ। ਜਾਲ ਮੋਹ ਘਸ ਮਸ ਕਰ ਮੱਤ, ਮੱਤ ਜਿਹੜੀ ਅੰਤਰੀ ਮੱਤ ਕਾਗਜ਼ ਕਰ ਸਾਰ। ਅੱਗੇ ਮਹਾਰਾਜ ਕਹਿੰਦੇ ਭਉ ਕਲਮ ਕਰ ਪਿਆਰ ਦੀ ਕਲਮ ਦੇ ਨਾਲ, ਭਉ ਕਲਮ ਕਰ। ਪਾਤਸ਼ਾਹ ਜੀ ਕਹਿੰਦੇ ਭਉ ਕਲਮ ਕਰ ਚਿੱਤ ਲਿਖਾਰੀ, ਚਿੱਤ ਨੂੰ ਲਿਖਣ ਵਾਲਾ ਬਣਾ ਲੈ। ਅੱਗੇ ਮਹਾਰਾਜ ਕਹਿੰਦੇ ਗੁਰ ਪੁੱਛ ਲਿਖ ਵਿਚਾਰ, ਫਿਰ ਗੁਰੂ ਨੂੰ ਪੁੱਛ ਕੇ ਵਿਚਾਰ ਲਿਖਿਆ ਕਰ ਇਸ ਕੋਰੇ ਕਾਗਜ਼ ਉੱਤੇ। ਗੁਰੂ ਨੂੰ ਪੁੱਛ ਕੇ ਵਿਚਾਰ ਲਿਖਿਆ ਕਰ ਇਸ ਮੱਤ ਉੱਤੇ, ਫਿਰ ਤੇਰੇ ਸੰਸਕਾਰ, ਤੇਰੇ ਭਾਗ ਜਾਗਣਗੇ, ਤੇਰੇ ਭਾਗ ਬਣਨਗੇ। ਇਹ ਗੱਲ ਗੁਰੂ ਸਾਹਿਬ ਜੀ ਕਰਦੇ ਨੇ। ਇੱਥੇ ਆਪਾਂ ਜਿਹੜੀ ਸ਼ਲੋਕ ਦੇ ਅੰਦਰ ਵਿਆਖਿਆ ਪੜ੍ਹ ਰਹੇ ਹਾਂ, ਮਹਾਰਾਜ ਕਹਿੰਦੇ ਹੱਥ ਕਲਮ, ਕਲਮ ਦਾ ਅਰਥ ਹੁੰਦਾ ਜੀ ਕਲਮ। ਵਾਹਿਗੁਰੂ ਦੇ ਹੱਥ ਵਿੱਚ ਕਲਮ ਹੈ ਜਿਹੜਾ ਸਾਡੇ ਲੇਖ ਲਿਖਦਾ ਹੈ। ਕਿਉਂਕਿ ਰੱਬ ਕਿੱਥੇ ਬੈਠਿਆ? ਰੱਬ ਅੰਦਰ ਹੀ ਹੈ ਨਾ। ਜਦੋਂ ਮੱਤ ਨੂੰ ਪੂਰਾ ਕਰ ਲਿਆ, ਕਾਗਜ਼ ਵਰਗਾ ਸਾਫ਼ ਕਰ ਲਿਆ, ਫਿਰ ਉਸ ਮੱਤ ਉੱਤੇ ਭਾਗ ਵੀ, ਕਲਮ ਵੀ ਚੱਲੇਗੀ। ਭਉ ਦੀ ਪਿਆਰ ਦੀ ਕਲਮ ਰੱਬ ਵਾਲੀ। ਹੱਥ ਕਲਮ ਅਗੰਮ, ਅਗੰਮ ਹੈ ਜੀ ਉਹ ਰੱਬ, ਪਹੁੰਚ ਤੋਂ ਪਰੇ। ਮਸਤਕ ਲਿਖਾਵਤੀ, ਮਸਤਕ ਦਾ ਅਰਥ ਹੁੰਦਾ ਜੀ ਮੱਥਾ। ਮੱਥੇ ਦੇ ਕਰਮ ਗੁਰੂ ਲਿਖਦਾ ਹੈ, ਰੱਬ ਲਿਖਦਾ ਹੈ ਅੰਦਰ ਬੈਠਿਆ ਪਿਆਰ ਦੀ ਕਲਮ ਦੇ ਨਾਲ। ਕੋਰਾ ਕਾਗਜ਼ ਜਦੋਂ ਅਸੀਂ ਕਰ ਲਿਆ, ਗੁਰੂ ਨੂੰ ਪੁੱਛ ਕੇ ਵਿਚਾਰ ਲਿਖੇ ਜਾਂਦੇ ਨੇ। ਅੱਗੇ ਮਹਾਰਾਜ ਕਹਿ ਰਹੇ ਨੇ ਉਰਜ ਰਹਿਓ ਸਭ ਸੰਗ ਅਨੂਪੁਰ ਪਾਵਤੀ। ਮਹਾਰਾਜ ਕਹਿ ਰਹੇ ਨੇ ਉਹ ਮਾਲਕ ਪਰਮਾਤਮਾ ਸਾਡੇ ਅੰਦਰ ਹੀ ਰਹਿੰਦਾ ਹੈ, ਕਿਤੇ ਵੱਖਰਾ ਨਹੀਂ, ਦੂਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਸਤਿਗੁਰ ਮਹਾਰਾਜ ਨੇ ਤੇ ਬੜੇ ਕਮਾਲ ਦੇ ਬਚਨ ਆਖੇ ਜੀ। ਪਾਤਸ਼ਾਹ ਜੀ ਕਹਿੰਦੇ ਆਪਣੇ ਹੁਕਮ ਰੂਪੀ ਕਲਮ ਨਾਲ ਜੀਵਨ ਦੇ ਕੀਤੇ ਕਰਮਾਂ ਅਨੁਸਾਰ ਜਿਉਂ ਜੇ ਬੰਦਾ ਕਰਮ ਕਰਦਾ ਉਹ ਜਿਹੇ ਸੰਸਕਾਰ ਬਣੀ ਜਾਂਦੇ ਨੇ, ਲਿਖੇ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਉਹ ਸੋਹਣੇ ਰੂਪ ਵਾਲਾ ਪ੍ਰਭੂ, ਸੁੰਦਰ ਪ੍ਰਭੂ ਮਾਲਕ ਰੱਬ, ਪਾਤਸ਼ਾਹ ਜੀ ਕਹਿ ਰਹੇ ਨੇ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ, ਸਾਰੇ ਜੀਵਾਂ ਦੇ ਨਾਲ ਮਿਲਿਆ ਹੋਇਆ। ਉਰਜ ਰਹਿਓ ਸਭ, ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਨੇ ਉਰਜ ਰਹਿਓ ਸਭ ਸੰਗ ਅਨੂਪੁਰ ਪਾਵਤੀ, ਸਾਰਿਆਂ ਦੇ ਨਾਲ ਰਹਿੰਦਾ ਹੋ। ਅੱਗੇ ਮਹਾਰਾਜ ਕਹਿਣ ਉਸਤਤ ਕਹਿਨ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ਼ ਨਾਨਕ ਬਲਿਹਾਰੀਆ। ਉਸਤਤ ਰੱਬ ਦੀ ਵਡਿਆਈ। ਅਖੀਰ ਦੇ ਵਿੱਚ ਮਹਾਰਾਜ ਨੇ ਬੜੇ ਕਮਾਲ ਦੇ ਵਚਨ ਕਹਿ ਰਹੇ ਨੇ ਜੀ, हे ਨਾਨਕ, हे ਪ੍ਰਭੂ, ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਰੱਬ ਦੀ ਵਡਿਆਈ ਨਹੀਂ ਅਸੀਂ ਕਰ ਸਕਦੇ, ਰੱਬ ਦਾ ਅੰਤ ਨਹੀਂ ਅਸੀਂ ਪਾ ਸਕਦੇ, ਰੱਬ ਦੀ ਸਿਫਤ ਨਹੀਂ ਅਸੀਂ ਕਰ ਸਕਦੇ, ਕਿਉਂਕਿ ਰੱਬ ਦੀਆਂ ਸਿਫਤਾਂ ਵੀ ਬੇਅੰਤ ਨੇ, ਰੱਬ ਦੀ ਵਡਿਆਈ ਵੀ ਬੇਅੰਤ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਅੰਤ। ਰੱਬ ਦੀ ਵਡਿਆਈ, ਰੱਬ ਦੀ ਸਿਫਤ ਬੇਅੰਤ ਹੈ। ਅਖੀਰ ਦੇ ਵਿੱਚ ਮਹਾਰਾਜ ਇੱਕ ਨਿਚੋੜ ਦੇ ਰਹੇ ਨੇ, ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀ ਆ। ਰੱਬ ਜੀ ਮੈਂ ਤੁਹਾਡੀ ਉਸਤਤ ਵੀ ਨਹੀਂ ਕਹਿ ਸਕਦਾ, ਤੁਹਾਡੀਆਂ ਤਾਂ ਉਸਤਤਾਂ ਬਹੁਤ ਨੇ। ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਪਾਤਸ਼ਾਹ ਜੀ ਅਖੀਰ ਦੇ ਵਿੱਚ ਕਹਿ ਰਹੇ ਨੇ ਤੇਰਾ ਦਰਸ਼ਨ ਕਰਕੇ ਮੇਰੀ ਜ਼ਿੰਦਗੀ ਮਸਤ ਹੋ ਜਾਂਦੀ ਹੈ, ਤੇ ਤੂੰ ਸਦਕੇ ਜਾਂਦੀ ਹੈ, ਕੁਰਬਾਨ ਜਾਂਦੀ ਹੈ ਮੇਰੀ ਜਿੰਦ, ਮੇਰੀ ਇਹ ਕਾਇਆ। ਸਤਿਗੁਰ ਮਹਾਰਾਜ ਅੱਗੇ ਪੌੜੀ ਦੇ ਵਿੱਚ ਕਹਿ ਰਹੇ ਨੇ ਜੀ, ਰੱਬ ਦੇ ਪਰਥਾਏ ਇਹ ਸ਼ਬਦ ਵਰਤ ਰਹੇ ਨੇ, ਹੇ ਅਚੁੱਤ, ਹੇ ਪਾਰ ਬ੍ਰਹਮ, ਅਬਨਾਸ਼ੀ ਅਗਨਾਸ਼। ਪਾਤਸ਼ਾਹ ਜੀ ਕਹਿ ਰਹੇ ਨੇ ਹੇ ਮਾਲਕ ਪ੍ਰਭੂ ਪਰਮਾਤਮਾ ਜੀਓ। ਪਾਤਸ਼ਾਹ ਜੀ ਕਹਿ ਰਹੇ ਨੇ ਨਾਸ਼ ਰਹਿਤ ਸਭ ਜੀਵਾਂ ਦੇ ਵਿੱਚ ਵਸਿਆ ਹੋਇਆ ਤੂੰ, ਸਭ ਦੇ ਅੰਦਰ ਇੱਕ ਰਸ ਵਿਆਪਕ ਹੈ, ਦੁੱਖਾਂ ਦਾ ਨਾਸ਼ ਕਰਨ ਵਾਲਾ। ਹੇ ਪੂਰਨ, ਹੇ ਸਰਬ ਮੈਂ ਦੁੱਖ ਭੰਜਨ ਗੁਣਤਾਸ, ਤੂੰ ਸਾਰਿਆਂ ਅੰਦਰ ਵਸਿਆ ਹੋਇਆ। ਹੇ ਸੰਗੀ, ਹੇ ਨਿਰੰਕਾਰ ਨਿਰਗੁਣ ਸਭ ਟੇਕ,
ਸਾਰਿਆਂ ਦੇ ਨਾਲ ਹੈ, ਨਿਰਗੁਣ ਵੀ ਤੂੰ ਆ, ਸਾਰਿਆਂ ਨੂੰ ਤੇਰੀ ਟੇਕ ਹੈ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਗੁਣਾਂ ਦਾ ਖਜ਼ਾਨਾ ਵੀ ਤੂੰ ਹੈ। ਮਾਲਕ ਜੀ ਗੁਣਾਂ ਦਾ ਖਜ਼ਾਨਾ ਤੂੰ ਹੈ, ਵਿਵੇਕ ਦੇਣ ਵਾਲਾ ਵੀ ਤੂੰ ਹੈ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨਹਾਰ, ਅਪਰੰਪਰ ਹੈਗਿਆ ਵੀ ਆ ਤੇ ਹੋਵੇਗਾ ਵੀ, ਜਿਹਦੇ ਬਾਰੇ ਮਹਾਰਾਜ ਕਹਿੰਦੇ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਸ਼ਲੋਕ ਹੈ ਜੀ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ, ਉਸ ਰੱਬ ਦੇ ਪਰਥਾਏ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਹੇ ਸੰਤੈ ਕੈ ਸੰਗ ਸਦਾ ਸੰਗ ਨਿਧਾਰਾ ਆਧਾਰ, ਆਪਣੇ ਸੇਵਕਾਂ ਦੇ ਸਦਾ ਤੂੰ ਨਾਲ ਹੈ, ਤੇਰੇ ਸੇਵਕਾਂ ਨੂੰ ਤੇਰਾ ਆਸਰਾ ਹੈ, ਆਧਾਰ ਹੈ ਤੇਰਾ। ਹੇ ਠਾਕੁਰ ਹਉ ਦਾਸੁਰ, ਮੈਂ ਨਿਰਗੁਣ ਗੁਣ ਨਹੀਂ ਕੋਏ। ਹੇ ਮੇਰੇ ਮਾਲਕ ਪਰਮਾਤਮਾ ਜੀ, ਤੂੰ ਮੇਰਾ ਠਾਕੁਰ ਆ, ਮੈਂ ਤੇਰਾ ਦਾਸ ਹੈ। ਨਿਰਗੁਣ ਗੁਣ ਨਹੀਂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ, ਮੈਂ ਔਗਣਹਾਰ। ਨਾਨਕ ਦੀਜੈ ਨਾਮ ਦਾਨ, ਰਾਖੋ ਈਐ ਪਰੋਏ। ਹੇ ਮਾਲਕ ਜੀ ਬੇਨਤੀ ਹੈ ਤੇਰੇ ਅੱਗੇ, ਮੈਨੂੰ ਦਾਨ ਦੇ। ਦਾਨ ਦੇ ਵਿੱਚ ਗੁਰੂ ਸਾਹਿਬ ਜੀ ਕੀ ਮੰਗਣਾ ਸਿਖਾ ਰਹੇ ਨੇ? ਦਾਨ। ਮੈਨੂੰ ਨਾਮ ਦਾ ਦਾਨ ਦੇ। ਜਦੋਂ ਨਾਮ ਦਾ ਮੈਨੂੰ ਦਾਨ ਮਿਲ ਗਿਆ ਨਾ, ਉਸ ਨਾਮ ਦੇ ਦਾਨ ਨੂੰ ਮੈਂ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਾਂਗਾ, ਹਿਰਦੇ ਅੰਦਰ ਸਾਂਭ ਕੇ ਰੱਖਾਂਗਾ ਤੇਰੇ ਨਾਮ ਨੂੰ, ਤੇਰੀ ਵਡਿਆਈ ਨੂੰ, ਤੇਰੇ ਗੁਣਾਂ ਨੂੰ, ਤੇਰੇ ਗਿਆਨ ਨੂੰ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਜੀ, ਇਸ ਲੜੀਵਾਰ ਵਿਚਾਰ ਇੱਥੇ ਸਮਾਪਤ ਹੁੰਦੀ ਹੈ ਜੀ। ਕੱਲ ਦੇ ਦੀਵਾਨਾਂ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਵੀ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ 262 ਅੰਕ ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਆਪਾਂ ਸੁਖਮਨੀ ਸਾਹਿਬ ਦੀ ਬਾਣੀ ਦੀ ਵਿਚਾਰ ਲੜੀਵਾਰ ਆਰੰਭ ਕਰਾਂਗੇ। ਇੱਕ ਸ਼ਲੋਕ ਆਪਾਂ ਇਸ ਜਿਹੜੀ 52 ਅੱਖਰੀ ਬਾਣੀ ਦੀ ਸ਼ੁਰੂਆਤ ਕੀਤੀ ਸੀ, ਇਹਦੇ ਸ਼ੁਰੂਆਤ ਵਿੱਚ ਇੱਕ ਸ਼ਲੋਕ ਪੜ੍ਹਿਆ ਸੀ। ਉਸ ਸ਼ਲੋਕ ਦੇ ਅੰਦਰ ਪਾਤਸ਼ਾਹ ਜੀ ਨੇ ਬੜੇ ਕਮਾਲ ਦੇ ਵਚਨ ਆਖੇ ਸੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਇਹ ਸਭ ਰੱਬ ਦੇ ਪਰਥਾਏ, ਮਾਂ ਪਿਓ ਪਰਮੇਸ਼ਰ ਸਾਡਾ ਸੁਆਮੀ ਉਹ ਪਰਮਾਤਮਾ ਹੈ। ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ। ਗਿਆਨ ਅਗਿਆਨਤਾ ਦਾ ਨਾਸ਼ ਕਰਨ ਵਾਲਾ, ਗਿਆਨ ਦੇਣ ਵਾਲਾ, ਉਹ ਸਭ ਕੁਝ ਪਰਮਾਤਮਾ ਹੈ। ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ, ਗੁਰਦੇਵ ਮੰਤਰ ਨਰੋਤਰਾ। ਨਾਮ ਦੇਣ ਵਾਲਾ ਵੀ ਉਹ ਹੈ। ਗੁਰਦੇਵ ਸ਼ਾਂਤ ਸਤਿਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਧਰਾ। ਗੁਰਦੇਵ ਸੰਗਤ ਪ੍ਰਭ ਮੇਲ, ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਉਸ ਗੁਰਦੇਵ ਨੂੰ ਨਮਸਕਾਰ ਹੈ, ਮੇਰੀ ਵੰਦਨਾ ਹੈ। ਅੱਗੇ ਇੱਕ ਸ਼ਬਦ ਵਰਤਿਆ ਸੀ, ਇਹ ਸ਼ਲੋਕ ਆਦ ਅੰਤ ਪੜ੍ਹਨਾ। ਆਪਾਂ ਸ਼ੁਰੂਆਤ ਵਿੱਚ ਵੀ ਪੜ੍ਹਿਆ ਸੀ ਇਹ ਸ਼ਲੋਕ ਜੀ, ਅਖੀਰ ਦੇ ਵਿੱਚ ਵੀ ਆਪਾਂ ਸ਼ਲੋਕ ਪੜ੍ਹਿਆ ਹੈ। ਸੋ ਕੋਸ਼ਿਸ਼ ਕਰਾਂਗੇ ਆਪਾਂ ਕੱਲ ਦੇ ਦੀਵਾਨਾਂ ਵਿੱਚ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਲੜੀਵਾਰ ਆਪਾਂ ਵਿਚਾਰ ਸ਼ੁਰੂ ਕਰਾਂਗੇ ਜੀ। ਸੁਖਮਨੀ ਸਾਹਿਬ ਦੀ ਬਾਣੀ ਦਾ ਕੇਂਦਰੀ ਭਾਵ ਕੀ ਹੈ, ਇਹ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ, ਸਾਰੀ ਆਪਾਂ ਕੱਲ ਦੇ ਦੀਵਾਨਾਂ ਅੰਦਰ ਇੱਕ ਲੜੀ ਤਹਿਤ ਵਿਚਾਰ ਕਰਾਂਗੇ। ਆਓ ਗੁਰਮੁਖੋ, ਲੜੀਵਾਰ ਜਿਹੜੀ ਇਤਿਹਾਸਕ ਵਿਚਾਰ ਚੱਲ ਰਹੀ ਹੈ, ਆਪਾਂ ਸਾਰੇ ਜਾਣਦੇ ਜਿਹੜੇ ਦਿਨ ਚੱਲ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਪੋਹ ਦਾ ਮਹੀਨਾ ਜਿਹੜਾ ਬਹੁਤ ਠੰਡ ਵਾਲਾ ਮਹੀਨਾ ਹੁੰਦਾ ਹੈ। ਆਪਾਂ ਮਹਿਸੂਸ ਕਰਦੇ ਹਾਂ ਕਿੰਨੇ ਕੱਪੜੇ ਆਪਣੇ ਪਾਏ ਹੋਏ ਨੇ, ਪਰ ਸਰੀਰ ਨੂੰ ਕਿੰਨੀ ਠੰਡ ਲੱਗਦੀ ਹੈ। ਸਾਡੀ ਕੌਮ ਦੇ ਅੰਦਰ ਇਹਨਾਂ ਦਿਨਾਂ ਦੇ ਵਿੱਚ ਜੋ ਬਹੁਤ ਵੱਡਾ ਕਹਿਰ ਵਾਪਰਿਆ ਸੀ, ਤਵਾਰੀਖ ਦੇ ਪੰਨਿਆਂ ਦੇ ਵਿੱਚ ਜਿਨ੍ਹਾਂ ਨੂੰ ਇਸ ਤਰ੍ਹਾਂ ਲਿਖਿਆ ਗਿਆ, ਨਿੱਕੀਆਂ ਜਿੰਦਾਂ ਵੱਡਾ ਸਾਕਾ। ਜਿੰਦਾ ਭਾਵੇਂ ਬਹੁਤ ਨਿੱਕੀਆਂ ਸੀ, ਉਮਰ ਭਾਵੇਂ ਬਹੁਤ ਛੋਟੀ ਸੀ, ਸਾਕਾ ਬਹੁਤ ਵੱਡਾ ਵਾਪਰਿਆ ਸੀ।
ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਗੁਰੂ ਜੀ ਦਾ ਸਮੁੱਚਾ ਪਰਿਵਾਰ। ਆਪਾਂ ਸ਼ੁਰੂਆਤ ਕਰਾਂਗੇ ਜੀ 8 ਪੋਹ ਵਾਲੇ ਦਿਨ। 8 ਪੋਹ, 9, 13 ਪੋਹ ਤੱਕ ਜਿਹੜਾ ਇਤਿਹਾਸ ਲੜੀਵਾਰ ਚੱਲੇਗਾ ਉਹ ਵੀ ਆਪਾਂ ਉਸ ਦਿਨਾਂ ਦੇ ਵਿੱਚ ਵਿਚਾਰ ਕਰਾਂਗੇ। ਸੋ ਆਓ, ਜਿਹੜੀ ਲੜੀਵਾਰ ਵਿਚਾਰ ਚੱਲ ਰਹੀ ਹੈ ਜੀ ਗੁਰੂ ਸਾਹਿਬ ਦੇ ਜੀਵਨ ਬਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਬਾਰੇ ਲੜੀਵਾਰ ਜਿਹੜੀ ਵਿਚਾਰ ਚੱਲ ਰਹੀ ਹੈ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਗੱਲ ਕੀਤੀ ਸੀ ਬਾਬਾ ਰਾਮ ਰਾਏ ਜੀ ਨਾਲ ਮਿਲਾਪ ਹੋਣਾ। ਇਹ ਮੈਂ ਦੁਬਾਰਾ ਤਾਂ ਦੱਸਦਾ ਹੁੰਦਾ ਜੀ ਤਾਂ ਕਿ ਸਾਡੀ ਲੜੀ ਬਣ ਜਾਊਗੀ, ਲੜੀ ਜੁੜ ਜਾਊਗੀ। ਬਾਬਾ ਰਾਮ ਰਾਏ ਜੀ ਨਾਲ ਦੇਹਰਾਦੂਨ ਦਾ ਜਿਹੜਾ ਇਲਾਕਾ ਹੈ, ਜਿੱਥੇ ਜਮਨਾ ਦੇ ਕਿਨਾਰੇ ਇੱਕ ਕਿਸ਼ਤੀ ਦੇ ਵਿੱਚ ਮੁਲਾਕਾਤ ਹੁੰਦੀ ਹੈ ਬਾਬਾ ਰਾਮ ਰਾਏ ਦੇ ਨਾਲ। ਬਾਬਾ ਰਾਮ ਰਾਏ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਪੁੱਤਰ ਸੀ। ਗੁਰੂ ਹਰਿਰਾਏ ਸਾਹਿਬ ਜੀ 7ਵੇਂ ਗੁਰੂ। ਉਸ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਦਰਸ਼ਨਾਂ ਨੂੰ ਆਉਂਦੇ ਨੇ ਇਸੇ ਧਰਤੀ ਤੇ, ਪੌਂਟਾ ਸਾਹਿਬ ਦੀ ਧਰਤੀ ਤੇ ਮੁਰੀਦ ਲੈ ਕੇ ਆਏ ਆਪਣੇ। ਅੱਗੇ ਆਪਾਂ ਜਿਹੜੀ ਗੱਲ ਕਰਨੀ ਹੈ ਜੀ ਨਿਰਮਲਾ ਸੰਪਰਦਾਇ, ਜਿਨ੍ਹਾਂ ਨੂੰ ਆਮ ਕਰਕੇ ਉਦਾਸੀ ਵੀ ਕਿਹਾ ਜਾਂਦਾ ਸੀ, ਨਿਰਮਲੇ ਵੀ ਕਿਹਾ ਜਾਂਦਾ ਸੀ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਵਿਚਾਰਦੇ ਹਾਂ ਨਾ, ਜਿਹੜਾ ਭਾਰਤੀ ਸਮਾਜ ਵਿੱਚ ਪੜ੍ਹਨ ਦਾ ਤੇ ਪੜ੍ਹਾਉਣ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਸੀ। ਉਹ ਪੜ੍ਹਨ ਦਾ ਕੰਮ ਜਿਹੜਾ ਸਾਰਾ ਉਹਦੇ ਜ਼ਿੰਮੇ ਉਹਨੇ ਲਿਆ ਹੋਇਆ ਸੀ। ਬ੍ਰਾਹਮਣ ਨੇ ਜਿਹੜੇ ਸੰਸਕ੍ਰਿਤ ਭਾਸ਼ਾ ਨੂੰ ਦੇਵ ਬਾਣੀ ਵੀ ਆਖਦੇ ਹਨ ਅਤੇ ਕਿਸੇ ਹੋਰ ਨੂੰ ਇਹ ਭਾਸ਼ਾ ਪੜ੍ਹਨ ਦੀ ਆਗਿਆ ਨਹੀਂ ਦਿੰਦੇ। ਸੰਸਕ੍ਰਿਤ ਜਿਹੜੀ ਭਾਸ਼ਾ ਹੈ, ਇਹਨਾਂ ਦੇ ਮਤ ਮੁਤਾਬਕ ਕੇਵਲ ਬ੍ਰਾਹਮਣ ਹੀ ਪੜ੍ਹ ਸਕਦਾ ਹੈ, ਜਿਹਨੂੰ ਦੇਵ ਬਾਣੀ ਵੀ ਆਖਿਆ ਜਾਂਦਾ ਹੈ। ਸਤਿਗੁਰੂ ਜੀ ਨੇ ਬਹੁਤ ਜਲਦ ਇੱਕ ਫੈਸਲਾ ਲਿਆ ਵੀ ਜਿਹੜਾ ਇਹ ਅਧਿਕਾਰ ਥੋਪ ਰੱਖਿਆ, ਇਹਨੂੰ ਦੇ ਰੱਖਿਆ, ਇਹ ਅਧਿਕਾਰ ਸਾਰਿਆਂ ਨੂੰ ਹੋਣਾ ਚਾਹੀਦਾ ਹੈ। ਜਿਵੇਂ ਆਪਾਂ ਅੱਜ ਗੱਲ ਕਰੀਏ, ਪੜ੍ਹਨ ਦਾ ਅਧਿਕਾਰ ਤਾਂ ਸਾਰਿਆਂ ਨੂੰ ਹੋਣਾ ਚਾਹੀਦਾ ਜੀ। ਜੇ ਅੱਜ ਸੰਸਾਰ ਦੀ ਗੱਲ, ਅੱਜ ਦੇ ਸੰਸਾਰ ਅੰਦਰ ਬੰਦਾ ਕੋਈ ਵੀ ਭਾਸ਼ਾ ਪੜ੍ਹ ਸਕਦਾ, ਸਿੱਖ ਸਕਦਾ ਹੈ। ਕਿਸੇ ਦੇ ਅਧਿਕਾਰ ਨੂੰ ਆਪਾਂ ਖੋਹ ਥੋੜ੍ਹੀ ਸਕਦੇ ਹਾਂ। ਕੋਈ ਬੰਦਾ ਭਾਵੇਂ ਇੱਕ ਸਿੰਪਲ ਪਰਿਵਾਰ ਵਿੱਚੋਂ, ਆਮ ਪਰਿਵਾਰ ਦੇ ਵਿੱਚ ਪੜ੍ਹ ਲਿਖ ਕੇ ਵਧੀਆ ਉਹਦੇ ਤੇ ਪਹੁੰਚ ਗਿਆ, ਮੁਬਾਰਕ ਹੈ, ਚੰਗੀ ਗੱਲ ਹੈ। ਕਿਸੇ ਦੇ ਅਧਿਕਾਰ ਨੂੰ ਖੋਹ ਥੋੜ੍ਹੀ ਸਕਦੇ ਹਾਂ ਆਪਾਂ। ਸਤਿਗੁਰੂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ। ਮਹਾਰਾਜ ਨੇ ਕਿਹਾ ਵੀ ਭਾਈ, ਇਹ ਤੂੰ ਦੇਵਨਾਗਰੀ ਇਹਨੂੰ ਕਹਿਣਾ ਹੈ, ਆਪਣਾ ਅਧਿਕਾਰ ਇਹ ਤੇ ਜਮਾ ਕੇ ਬੈਠਾ ਹੈ, ਹੋਰ ਨੂੰ ਪੜ੍ਹਨ ਦਾ ਅਧਿਕਾਰ। ਦੇਖੋ, ਗਿਆਨ ਹੁੰਦਾ ਜਿਹੜਾ, ਵਿਦਿਆ ਕਹਿ ਲਓ, ਗਿਆਨ ਕਹਿ ਲਓ। ਸਤਿਗੁਰੂ ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਪਰਉਪਕਾਰ ਹੈ ਜੀ ਬਹੁਤ ਵੱਡਾ। ਜੇ ਕਿਸੇ ਨੂੰ ਆਪਾਂ ਗਿਆਨ ਦੇ ਦਈਏ, ਅਕਲ ਦੇ ਦਈਏ, ਵਿਦਿਆ ਦੇ ਦਈਏ, ਕੁਝ ਸਮਝ ਦੇ ਦਈਏ, ਬਹੁਤ ਵੱਡਾ ਪਰਉਪਕਾਰ ਹੈ। ਸਾਡੇ ਗੁਰੂਆਂ ਨੇ ਸਾਡੇ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ। ਮੈਂ ਅਕਸਰ ਬੇਨਤੀ ਕਰਦਾ ਵੀ ਸਾਡੇ ਕੋਲ ਜੇ ਗੁਰਬਾਣੀ ਨਾ ਹੁੰਦੀ, ਇਹ ਗ੍ਰੰਥ ਨਾ ਹੁੰਦਾ, ਸਾਡੀ ਹਾਲਤ ਬਹੁਤ ਮਾੜੀ ਹੋਣੀ ਸੀ। ਸ਼ੁਕਰ ਹੈ, ਮੁਬਾਰਕਬਾਦ ਹੈ, ਆਪਾਂ ਰੋਜ਼ਾਨਾ ਪ੍ਰਣਾਮ ਕਰਦੇ ਹਾਂ ਗੁਰੂ ਨੂੰ ਵੀ ਸਾਨੂੰ ਏਡਾ ਪਾਵਨ ਪਵਿੱਤਰ ਗ੍ਰੰਥ ਦਿੱਤਾ, ਬਾਣੀ ਦਿੱਤੀ। ਇਹਨੂੰ ਸਮਝ ਕੇ ਵਿਚਾਰ ਕੇ ਬੰਦਾ ਆਪਣੇ ਆਪੇ ਬਾਰੇ ਸੋਝੀ ਆ ਜਾਂਦੀ ਹੈ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਆ ਜਾਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਬਹੁਤ ਛੇਤੀ ਇੱਕ ਫੈਸਲਾ ਲਿਆ। ਮਹਾਰਾਜ ਇਸ ਵਕਤ ਪੌਂਟਾ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ। ਪੌਂਟਾ ਸਾਹਿਬ ਦੀ ਧਰਤੀ ਤੇ ਕਈ ਬ੍ਰਾਹਮਣ ਜਿਹੜੇ ਵਿਦਵਾਨ ਪੰਡਤ ਸੀ ਨਾ, ਉਹ ਵੀ ਪੌਂਟਾ ਸਾਹਿਬ ਦੀ ਧਰਤੀ ਤੇ ਰਹਿਣ ਲੱਗ ਪਏ ਸੀ, ਕਿਉਂਕਿ ਔਰੰਗਜ਼ੇਬ ਦਾ ਦੌਰ ਚੱਲ ਰਿਹਾ ਸੀ। ਔਰੰਗਜ਼ੇਬ ਕਿਸੇ ਨੂੰ ਬਖਸ਼ਦਾ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਹੈ। ਇਹਨਾਂ ਹਿੰਦੂਆਂ ਦੇ ਅੰਦਰ, ਬ੍ਰਾਹਮਣਾਂ ਦੇ ਅੰਦਰ ਹਾਲੇ ਵੀ ਬਹੁਤ ਵੱਡਾ ਇੱਕ ਡਰ ਹੈ। ਮਹਾਰਾਜ ਪੌਂਟਾ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ ਤੇ ਇੱਥੇ ਨਾਲ ਬਹੁਤ ਪੰਡਤ ਵੀ ਰਹਿ ਰਹੇ ਨੇ। ਗੁਰੂ ਸਾਹਿਬ ਜੀ ਦੇ ਇਲਾਕੇ ਦੇ ਵਿੱਚ, ਗੁਰੂ ਸਾਹਿਬ ਦੇ ਕੋਲ ਇਹ ਮਹਿਫੂਜ਼ ਨੇ, ਇਹਨਾਂ ਨੂੰ ਕੋਈ ਖਤਰਾ ਨਹੀਂ ਹੈ, ਕੋਈ ਡਰ ਨਹੀਂ ਹੈ ਵੀ ਇੱਥੇ ਅਸੀਂ ਕਲਗੀਆਂ ਵਾਲੇ ਦੀ, ਬਾਜਾਂ ਵਾਲੇ ਦੀ ਸ਼ਰਨ ਵਿੱਚ ਆ। ਸਤਿਗੁਰੂ ਮਹਾਰਾਜ, ਉਹਨਾਂ ਦੇ ਕੋਲ ਇੱਕ ਪੰਡਤ ਰਘੂਨਾਥ ਦਾ ਇੱਥੇ ਨਾਂ ਹੁੰਦਾ ਜੀ। ਪੰਡਤ ਰਘੂਨਾਥ ਜੀ ਨੂੰ ਸੰਸਕ੍ਰਿਤ ਪੜ੍ਹਨੀ ਆਉਂਦੀ ਸੀ, ਪੜ੍ਹਾਉਣੀ ਆਉਂਦੀ ਸੀ, ਵਧੀਆ ਵਿਦਵਾਨ ਸੀ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਵੀ ਤੂੰ ਜਿਹੜੀ ਸੰਸਕ੍ਰਿਤ ਦੀ ਭਾਸ਼ਾ ਸਿੱਖਾਂ ਨੂੰ ਵੀ ਸਿਖਾਇਆ ਕਰ।
ਜਿਹੜੀ ਸੰਸਕ੍ਰਿਤ ਦੀ ਭਾਸ਼ਾ ਹੈ, ਤੂੰ ਸਿੱਖਾਂ ਨੂੰ ਵੀ ਸਿਖਾਇਆ ਕਰ, ਇਹਨਾਂ ਨੂੰ ਪੜ੍ਹਾ ਦਿਆ ਕਰ। ਪੰਡਿਤ ਰਘੂਨਾਥ ਨੇ ਨਾ ਕਿਸੇ ਤਰੀਕੇ ਨਾਲ ਇਨਕਾਰ ਕਰ ਦਿੱਤਾ। ਉਹਦੇ ਮਨ ਅੰਦਰ ਖਿਆਲ ਪੈਦਾ ਹੋ ਗਿਆ, ਕਿਉਂਕਿ ਹਲੇ ਵੀ ਉਹ ਇਸ ਚੱਕਰ ਦੇ ਵਿੱਚ ਫਸਿਆ ਹੋਇਆ ਸੀ ਵੀ ਜੇ ਮੈਂ ਆਪਣੀ ਦੇਵਨਾਗਰੀ ਸੰਸਕ੍ਰਿਤ ਭਾਸ਼ਾ ਸਿੱਖਾਂ ਨੂੰ ਪੜ੍ਹਾ ਦਿੱਤੀ ਵੀ ਸਾਡੇ ਕੋਲ ਅਧਿਕਾਰ ਹੋਏ ਜਾਣਗੇ, ਵੀ ਸਾਨੂੰ ਕੌਣ ਪੁੱਛੂਗਾ। ਪਰ ਮਹਾਰਾਜ ਦੀ ਸੋਚ ਇਹ ਥੋੜੀ ਸੀ।